सर प्लीज ਮਹਿਮਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰੋਪਰ ਸਰਕਲ ਬਣਾ ਲਿਆ ਜਾਵੇ ਜੀ। ਫੋਟੋ ਦੇ ਲਈ ਪ੍ਰੋਪਰ ਸਰਕਲ ਬਣਾ ਲਿਆ ਜਾਵੇ ਜੀ। संत लौंगोवाल इंस्टीट्यूट ऑफ इंजीनियरिंग एंड तकनोलॉजी सलाइट लौंगोवाल विखे PSPCL ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ ਵੱਲੋਂ ਸਾਂਝੇ ਤੌਰ ਤੇ ਉਜਵਲ ਭਾਰਤ ਉਜਵਲ ਭਵਿੱਖ ਮੁਹਿੰਮ ਤਹਿਤ ਕਰਵਾਏ ਗਏ ਬਿਜਲੀ ਮਹਾਉਤਸਵ ਦੀ ਪ੍ਰਧਾਨਗੀ ਲਈ ਲੌਂਗੋਵਾਲ ਪਹੁੰਚੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਊਰਜਾ ਦੀ ਬਚਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਵਾਤਾਵਰਣ ਬਚਾਉਣ ਦੇ ਇਸ ਕੰਮ 'ਚ ਲੋਕਾਂ ਨੂੰ ਵੀ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੀ ਪੰਜਾਬ ਦਾ ਵਾਤਾਵਰਣ ਬਚਾਉਣ ਲਈ ਰਵਾਇਤੀ ਸਾਧਨਾਂ ਨੂੰ ਹਰੀ ਊਰਜਾ ਨਾਲ ਬਦਲਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ 'ਚੋਂ ਹਰ ਖੇਤਰ 'ਚ ਮੋਰੀ ਰਿਹਾ ਹੈ ਅਤੇ ਹੁਣ ਵੇਲਾ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸੂਬੇ ਨੂੰ ਹਰੀ ਊਰਜਾ ਪੈਦਾ ਕਰਨ ਦੇ ਖੇਤਰ 'ਚ ਵੀ ਮੋਰੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਉਪਰਾਲੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੀਤੇ ਜਾਂਦੇ ਤਾਂ ਪੰਜਾਬ ਕੋਲ ਅੱਜ ਘਰੇਲੂ, ਸਨਅਤੀ ਅਤੇ ਖੇਤੀਬਾੜੀ ਵਰਗੇ ਹਰ ਖੇਤਰ ਲਈ ਵਾਧੂ ਬਿਜਲੀ ਉਤਪਾਦਨ ਹੋਣਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ PSPCL ਵੱਲੋਂ ਇਸ ਵਾਰ ਝੋਨੇ ਦੇ ਸੀਜ਼ਨ ਲਈ 8 ਘੰਟੇ ਤੋਂ ਵੀ ਵੱਧ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਦੂਜੇ ਖੇਤਰਾਂ ਤੇ ਵੀ ਬਿਜਲੀ ਦੇ ਕੱਟ ਨਹੀਂ ਲਾਏ ਜਾ ਰਹੇ। ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਫੂਕੀ ਜਾਣ ਵਾਲੀ ਪਰਾਲੀ ਨੂੰ ਵੀ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਫਸਲੀ ਰਹਿੰਦ ਖੂਹੰਦ ਤੋਂ ਬਿਜਲੀ ਬਣਾਉਣ ਵਾਲੇ ਕਈ ਪ੍ਰੋਜੈਕਟ ਪੰਜਾਬ 'ਚ ਲੱਗਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੋਵੇਗੀ ਤਾਂ ਖੇਤਾਂ 'ਚ ਇਸ ਨੂੰ ਅੱਗ ਲਾ ਕੇ ਸਾੜਨ ਦੀ ਮਾੜੀ ਪ੍ਰਥਾ ਨੂੰ ਵੀ ਬੰਦ ਕਰਨ 'ਚ ਵੱਡੀ ਮਦਦ ਮਿਲੇਗੀ। ਸ਼੍ਰੀ ਅਰੋੜਾ ਨੇ ਲੋਕਾਂ ਨੂੰ ਸੰਪਰਕ ਨਵ ਊਰਜਾ ਸਰੋਤ ਮਕਾਨ ਸਾਰੇ ਅਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਉਨ੍ਹਾਂ ਕਿਹਾ ਕਿ ਲੋਕ ਸ਼੍ਰੀ ਲਤੀਫ ਅਹਿਮਦ ਥਾਵਾਂ ਅਤੇ ਕਿਸਾਨ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸੰਗਰੂਰ ਵੱਧ ਸੋਲਰ ਪੈਨਲ ਲਾਉਣ। ਇੰਜੀਨੀਅਰ DPS ਗਰੇਵਾਲ ਲਈ ਸੋਲਰ ਪੈਨਲ ਵਾਤਾਵਰਣ ਪੱਖੀ ਵਸੀਲਾ ਤੋਂ ਸਭ ਤੋਂ ਚੰਗਾ ਬਦਲਾ ਰਤਨ ਕੁਮਾਰ ਮਿੱਤਲ ਇਸ ਸਮਾਗਮ ਡਿਪਟੀ ਇੰਜੀਨੀਅਰ PSPCL ਵਿਦਿਆਰਥੀਆਂ ਵੱਲੋਂ ਰੰਗਾਰੰਗ ਮੱਖਣ ਲਾਲ ਅਰੋੜਾ ਜੀ ਜੁਆਇੰਟ ਡਾਇਰੈਕਟਰ ਪੇਡਾ ਕੀਤੇ ਗਏ। ਡਾਕਟਰ JS ਢਿੱਲੋਂ ਡਾਇਰੈਕਟਰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਡਾਕਟਰ ਰਜੇਸ਼ ਕੁਮਾਰ ਡੀਨ ਵੈਲਫੇਅਰ ਦੀਆਂ ਫਿਲਮਾਂ ਵੀ ਦਿਖਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵੰਡ ਇੰਜੀ DPS ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਲਤੀਫ ਅਹਿਮਦ, ਸਲਾਈਟ ਦੇ ਡੀਨ ਅਕਾਦਮਿਕ ਜਸਪ੍ਰੀਤ ਸਿੰਘ ਢਿੱਲੋਂ, ਮੁੱਖ ਇੰਜੀਨੀਅਰ ਵੰਡ ਦੱਖਣ ਪਟਿਆਲਾ ਸੰਦੀਪ ਗੁਪਤਾ, ਉਪ ਮੁੱਖ ਇੰਜੀਨੀਅਰ ਸੰਗਰੂਰ ਰਤਨ ਕੁਮਾਰ ਮਿੱਤਲ ਅਤੇ ਜਾਇੰਟ ਡਾਇਰੈਕਟਰ ਪੇਡਾ ਮੱਖਣ ਲਾਲ ਅਰੋੜਾ ਵਿਜੇ ਕੁਮਾਰ ਗੋਇਲ। ਮੇਲਾ ਸੂਬੇਦਾਰ ਨਗਰ ਕੌਂਸਲ ਪ੍ਰਧਾਨ ਲੌਂਗੋਵਾਲ ਸ਼ਾਮਲ ਹੋਣ ਲਈ ਦੇ ਕਰਮਚਾਰੀ ਆਪ ਸਭ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਇਸ ਉਤਸਵ ਦੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਲੋਕ ਸੰਪਰਕ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਅਮਨ ਅਰੋੜਾ ਜੀ, ADC ਵਿਕਾਸ ਸ਼੍ਰੀ ਲਤੀਫ ਅਹਿਮਦ ਜੀ, डायरेक्टर PSPCL इंजीनियर DPS गरेवाल जी, चीफ इंजीनियर संदीप गुप्ता जी, डायरेक्टर सलाइट ढिल्लों साहब, मिनिस्ट्री ऑफ पावर भारत सरकार वालों पूरे देश विच इस हफ्ते नूं उज्जवल भारत उज्जवल भविख के तौर पर मनाया जा रहा है। इस समागम का मुख्य उद्देश्य राज ਅਤੇ भारत सरकार वालों ऊर्जा के खेत्र में कीतियां प्राप्तियां बारे जानकारी देना है। पंजाब एनर्जी डेवलपमेंट एजेंसी नूं सरकार वालों ऊर्जा के गैर परंपरागत सोमिਆਂ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ। ਊਰਜਾ ਦੇ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਹੁੰਦੇ ਹਨ ਪਰੰਪਰਿਕ ਊਰਜਾ ਦੇ ਸੋਮੇ ਅਤੇ ਦੂਸਰੇ ਗੈਰ ਪਰੰਪਰਿਕ ਊਰਜਾ ਦੇ ਸੋਮੇ। ਉਹ ਸੋਮੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਹੀ ਵਰਤ ਰਹੇ ਹਾਂ, ਜਿਵੇਂ ਤੇਲ, ਕੋਲਾ, ਗੈਸ, ਬਿਜਲੀ, ਇਹ ਸਾਰੇ ਸੋਮੇ ਊਰਜਾ ਦੇ ਪਰੰਪਰਿਕ ਸੋਮੇ ਹਨ। ਇਸ ਦੇ ਉਲਟ ਊਰਜਾ ਦੇ ਹੋਰ ਗੈਰ ਪਰੰਪਰਿਕ ਜਾਂ ਨਵਿਆਣਯੋਗ ਸੋਮੇ ਹਨ, ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਵਰਤ ਸਕਦੇ ਹਾਂ ਅਤੇ ਕਦੇ ਵੀ ਖਤਮ ਨਹੀਂ ਹੁੰਦੇ। ਇਹਨਾਂ ਦੇ ਵਰਤੋਂ ਨਾਲ ਸਾਡਾ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ। ਇਹ ਸਾਰੇ ਸੋਮੇ ਹਨ
सूरज तो ऊर्जा, हवा तो ऊर्जा, मिनी हाइडल प्रोजेक्ट, फसलों की रहन खून तो ऊर्जा आ। भारत सरकार वालों 2030 तक 40% ऊर्जा का टीचा नव्याणयोग ऊर्जा तो प्राप्त करने का रखा गया सी। पर बड़ी खुशी की गल है कि असी नवंबर 2021 ਦੇ ਵਿੱਚ 9 साल पहला ही ਇਹ टीचा पूरा कर लिया है। ਹੁਣ ਅਸੀਂ देश ਵਿੱਚ 1,63,000 ਮੈਗਾਵਾਟ ਬਿਜਲੀ ਨਵਿਆਣਯੋਗ ਊਰਜਾ ਤੋਂ ਪ੍ਰਾਪਤ ਕਰ ਰਹੇ ਹਾਂ। ਖੇਤੀ ਲਈ ਵਰਤੇ ਜਾਂਦੇ ਪੰਪਾਂ ਲਈ ਸਰਕਾਰ ਵੱਲੋਂ PM ਕੁਸੁਮ ਸਕੀਮ ਚਲਾਈ ਗਈ ਹੈ। ਇਸ ਸਕੀਮ ਦੇ ਅਧੀਨ 3 ਹਾਰਸ ਪਾਵਰ, 5 ਹਾਰਸ ਪਾਵਰ, 7.5 ਹਾਰਸ ਪਾਵਰ ਅਤੇ 10 ਹਾਰਸ ਪਾਵਰ ਦੇ ਸੋਲਰ ਪੰਪ ਦੇ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਵਿੱਚ ਕੇਂਦਰ ਵੱਲੋਂ 30% ਅਤੇ ਰਾਜ ਸਰਕਾਰ ਵੱਲੋਂ 30% ਹਿੱਸਾ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬੈਂਕਾਂ ਪਾਸੋਂ 30% ਲੋਨ ਦੀ ਸੁਵਿਧਾ ਵੀ ਉਪਲਬਧ ਹੈ। ਸਾਡਾ ਦੇਸ਼ ਬਾਕੀ ਮੁਲਕਾਂ ਦੇ ਮੁਕਾਬਲੇ ਤੇਜ਼ੀ ਨਾਲ ਨਵਿਆਣਯੋਗ ਊਰਜਾ ਦੇ ਸੋਮਿਆਂ ਤੋਂ ਊਰਜਾ ਪ੍ਰਾਪਤ ਕਰਨ ਵੱਲ ਵਧ ਰਿਹਾ ਹੈ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਜ਼ਿਲ੍ਹੇ ਸੰਗਰੂਰ ਦੇ ਲਗਭਗ 194 ਸਕੂਲਾਂ ਦੇ ਵਿੱਚ 5-5 ਕਿਲੋਵਾਟ ਦੇ ਛੱਤ ਦੇ ਉੱਪਰ ਸੋਲਰ ਸਿਸਟਮ ਲਗਾਏ ਗਏ ਹਨ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸੋਲਰ ਸਰਕਟ ਲਾਈਟਾਂ ਲਾਈਆਂ ਗਈਆਂ ਹਨ ਅਤੇ 1200 ਸਰਕਟ ਲਾਈਟਾਂ ਹੋਰ ਲਗਾਉਣ ਦਾ ਕੰਮ ਪ੍ਰਗਤੀ ਅਧੀਨ ਹੈ। ਟੋਪਿਆਂ ਡਿੱਗੀਆਂ ਵਿੱਚੋਂ ਪਾਣੀ ਚੁੱਕਣ ਲਈ ਤਕਰੀਬਨ 90 ਸੋਲਰ ਪੰਪ ਲਗਾਏ ਗਏ ਹਨ, ਜੋ ਕਿ ਸੂਰਜ ਦੀ ਊਰਜਾ ਨਾਲ ਚੱਲਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਰਾਹੀਂ ਨਹਿਰਾਂ ਦੀਆਂ ਝਾਲਾਂ ਦੇ ਉੱਤੇ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ ਲਾਏ ਗਏ ਹਨ, ਜੋ ਕਿ ਨਿਰੰਤਰ ਬਿਜਲੀ ਪੈਦਾ ਕਰ ਰਹੇ ਹਨ। ਪ੍ਰਾਈਵੇਟ ਕੰਪਨੀ ਰਾਹੀਂ ਨਦਾਮਪੁਰ ਦੀ ਨਹਿਰ ਦੇ ਉੱਤੇ 2.5 ਮੈਗਾਵਾਟ ਦਾ ਗ੍ਰਿਡ ਕਨੈਕਟਡ ਜੋ ਹੈ ਕਨਾਲ ਟੌਪ ਨਹਿਰ ਦੇ ਉੱਪਰ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕਰਨ ਦਾ ਪ੍ਰੋਜੈਕਟ ਲਾਇਆ ਗਿਆ ਹੈ, ਜਿਹੜਾ ਕਿ 38 ਲੱਖ ਯੂਨਿਟਾਂ ਸਾਲਾਨਾ ਪੈਦਾ ਕਰ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਬਕੋੜਾ ਕਲਾਂ ਵਿੱਚ ਕੰਪਨੀ ਰਾਹੀਂ 25 ਮੈਗਾਵਾਟ ਦਾ ਇੱਕ ਜ਼ਮੀਨ ਦੇ ਉੱਤੇ ਸੋਲਰ ਪ੍ਰੋਜੈਕਟ ਲਾਇਆ ਗਿਆ ਹੈ, ਜੋ ਕਿ ਸਾਲਾਨਾ ਲਗਭਗ 375 ਲੱਖ ਯੂਨਿਟਾਂ ਬਿਜਲੀ ਦੀਆਂ ਪੈਦਾ ਕਰ ਰਿਹਾ ਹੈ। ਏਜੰਸੀ ਬਣਾਇਆ ਗਿਆ ਹੈ। ਊਰਜਾ ਦੀ ਬਚਤ ਦਾ ਊਰਜਾ ਦੀ ਪੈਦਾ ਕਰਨ ਨਾਲ ਪੂਰਾ ਸੰਬੰਧ ਹੈ। ਦੂਜੇ ਸ਼ਬਦਾਂ ਵਿੱਚ ਜੇ ਅਸੀਂ 10 ਯੂਨਿਟਾਂ ਊਰਜਾ ਦੀ ਬਚਤ ਕਰਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ 10 ਯੂਨਿਟਾਂ ਬਿਜਲੀ ਦੀਆਂ ਪੈਦਾ ਕਰਕੇ ਦੇ ਰਹੇ ਹਾਂ, ਜੋ ਕਿ ਦੂਸਰੇ ਉਦਯੋਗਿਕ ਕੰਮਾਂ ਲਈ ਵਰਤੀ ਜਾ ਸਕਦੀ ਹੈ। ਇਸ ਲਈ ਸਾਨੂੰ ਘਰੇਲੂ, ਵਪਾਰਕ, ਇੰਡਸਟਰੀ ਅਤੇ ਖੇਤੀਬਾੜੀ ਸੈਕਟਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਊਰਜਾ ਦੀ ਬਚਤ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਸਟਾਰ ਰੇਟਿੰਗ ਵਾਲੇ ਬਿਜਲੀ ਦੇ ਉਪਕਰਨ ਦੀ ਵਰਤੋਂ ਕਰਨੀ ਚਾਹੀਦੀ ਹੈ, 5 ਸਟਾਰ ਵਾਲੇ, 4 ਸਟਾਰ ਵਾਲੇ, ਜਿਹਦੇ ਨਾਲ ਕਿ ਊਰਜਾ ਦੀ ਬਚਤ ਹੁੰਦੀ ਹੈ। ਲਗਾਤਾਰ ਕੰਮ ਕਰ ਰਹੇ ਹਾਂ ਜੀ ਮਿੱਟੜਾ ਔਰ ਅਸੀਂ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਬਾਕੀ ਪੰਜਾਬ ਦੇ ਬਹੁਤ ਹੀ ਵਧੀਆ ਦਿਖਾਏ ਜਾਣਗੇ।
ਤੁਹਾਨੂੰ ਮੈਂ ਦੱਸਦਾ, ਪਹਿਲਾਂ ਤਾਂ ਤੁਸੀਂ ਬੱਲਬ ਕਿਹੜਾ ਲਾਇਆ? 10 ਰੁਪਏ ਵਾਲਾ। ਉਹਦੀ ਥਾਂ 'ਤੇ ਤੁਸੀਂ LED ਬੱਲਬ ਕਿਉਂ ਲਾਉਂਦੇ? LED ਬੱਲਬ ਲਾਓ, ਬਿਜਲੀ ਦੀ ਘੱਟ ਖਪਤ, ਨਾਲੇ 2 ਸਾਲ ਦੇ ਵਿੱਚ ਗਾਰੰਟੀ ਪਾਓ। ਨਾਲੇ ਦੂਸਰਾ ਸੁਣ ਲੈ, ਤੁਸੀਂ AC ਦੀ ਤਾਂ ਵਰਤੋਂ ਕਰਦੇ ਹੀ ਹੋਵੋਗੇ, ਤਾਂ AC ਦਾ ਤਾਪਮਾਨ ਹਮੇਸ਼ਾ 24 ਡਿਗਰੀ ਤੇ ਰੱਖੋ। ਕਿਉਂ? ਕਿਉਂਕਿ ਉਸ ਦੇ ਨਾਲ 24% ਬਿਜਲੀ ਦੀ ਤਾਂ ਸਿੱਧੀ ਬਚਤ ਹੁੰਦੀ ਹੈ। ਨਾਲੇ ਹੁਣ ਤੀਸਰਾ ਵੀ ਸੁਣ ਲੈ, ਤੁਸੀਂ ਬਾਜ਼ਾਰ ਤਾਂ ਜਾਂਦੇ ਹੀ ਹੋਵੋਗੇ ਬਿਜਲੀ ਉਪਕਰਨ ਖਰੀਦਣ, ਤਾਂ ਬਿਜਲੀ ਉਪਕਰਨ ਖਰੀਦਣ ਤੋਂ ਪਹਿਲਾਂ ਉਹਦੇ ਉੱਤੇ ਲੱਗਿਆ ਹੋਇਆ BEE ਮਾਰਕਾ ਵੀ ਚੈੱਕ ਕਰ ਲਿਆ ਕਰੋ। BEE ਮਾਰਕਾ? हाँ, ये सरकार की एक संस्थान है जेडी की घट बिजली खाण वाले उपकरणों के ऊपर अपना मार्का ला के भेजती है। मैं क्यों करा मेरे वीर, तू मेरी एंटी मदद की थी। मैंने तो आ मना था, किसी को पता ही नहीं थी। आज जब पिंडा लेके आई लुटे जाने ले एक दिन का मैं जे और काटे दूं और मेरी पेट्रोल की डीजल की समस्या का हल भी दस दे। ले ਇਹਦੇ ਬਾਰੇ ਤੈਨੂੰ ਮੈਂ ਦੱਸਦੀ ਆ। ਤੁਸੀਂ ਲੋਕ 10 ਰੁਪਏ ਦਾ ਸਮਾਨ ਬਾਜ਼ਾਰ ਤੋਂ ਲਿਆਦੀ 50 ਰੁਪਏ ਦਾ ਤੇਲ ਫੂਕਦੀਆਂ। ਇਹ ਬੇਵਕੂਫੀ ਨਹੀਂ ਤਾਂ ਹੋਰ ਕੀ ਹੈ? ਹੋਰ ਕੀ ਹੈ? ਹੋਰ ਕੀ ਹੈ? ਤੇ ਦੂਜਾ ਸੁਣ ਲਾ, ਤੁਸੀਂ ਬੈਟਰੀ ਤੇ ਬਿਜਲੀ ਦੇ ਚੱਲਣ ਵਾਲੇ ਵਾਹਨਾਂ ਦਾ ਇਸਤੇਮਾਲ ਕਿਉਂ ਨਹੀਂ ਕਰਦੇ? ਕਿਉਂ? ਇਸਦਾ ਤੀਸਰਾ ਉਪਾਅ ਹੈ ਸਮੇਂ ਸਿਰ ਆਪਣੇ ਵਾਹਨਾਂ ਦੀ ਰਿਪੇਅਰਿੰਗ ਕਰਵਾਉਣਾ ਅਤੇ ਚੌਥਾ ਉਪਾਅ ਹੈ CNG ਦੀ ਵਰਤੋਂ ਕਰਨਾ। ਇਸ ਨਾਲ ਵੀ ਪੈਟਰੋਲ ਦੀ ਲਾਗਤ ਬਹੁਤ ਘਟਦੀ ਹੈ ਤੇ ਤੇਰਾ ਖਰਚਾ ਵੀ ਘਟ ਜੂ। ले क्यों मेरा वीर भैन, तू मेरी जिंदगी काम और भी कर दे। मैंने वो दुल्हन के खर्चे की समस्या का हल भी दस दे। ओदे बारे में तू मैं जानती है कि सारे ने पहला जब ਆਪਾਂ ਸੁੱਕੀ ਸਬਜ਼ੀ ਬਣਾਉਣੀ ਆ ਤਾਂ ਮੈਨੂੰ ਭਿਓ ਕੇ ਰੱਖ ਲਿਆ ਕਰੋ। ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ। ਦੂਜਾ ਸੁਣੋ, ਜਦੋਂ ਆਪਾਂ ਸਬਜ਼ੀ ਬਣਾਉਣੀ ਆ ਤਾਂ ਸਾਰੀਆਂ ਸਮੱਗਰੀਆਂ ਇਕੱਠੀਆਂ ਕਰਕੇ ਰੱਖ ਲਿਆ ਕਰੋ। ਇਸ ਨਾਲ ਵੀ ਸਮੇਂ ਦੀ ਬਚਤ ਹੁੰਦੀ ਹੈ। ਲਾਹੌਰ ਦੱਸ ਇੱਕ ਹੋਰ ਸੁਣ, ਸੋਲਰ ਕੁੱਕਰ ਦੀ ਸਬਜ਼ੀ ਬਣਾਉਣੀ ਚਾਹੀਦੀ ਹੈ। ਸੋਲਰ ਕੁੱਕਰ ਲੈ, ਸੋਲਰ ਕੁੱਕਰ ਸੂਰਜ ਦੀ ਊਰਜਾ ਤੋਂ ਸਬਜ਼ੀ ਬਣਾਉਣ ਦਾ ਯੰਤਰ ਹੈ। ਚੰਗਾ ਪਹਿਲੇ ਅੱਗੇ ਤੋਂ ਮੈਂ ਨਾ ਬੜਾ ਧਿਆਨ ਰੱਖੂੰਗੀ। ਹਾਂ, ਅੱਗੇ ਤੋਂ ਸੋਲਰ ਕੁੱਕਰ ਲਈ ਤੇ ਉਸਦੀ ਸਬਜ਼ੀ ਬਣਾਇਆ ਕਰੀ। ਠੀਕ ਹੈ। गुजरे तेरे ते तोहे नले जानू इना मारे दो जनी के तेरे ਮਕਸਦ ਹੀ ਤਾਂ ਉਹੀ ਹੈ ਕਿ ਤੁਸੀਂ ਲੋਕ ਸੋਚਦੇ ਨਹੀਂ। ਓਏ ਹੋਰ ਆਪਣੇ ਪਿੰਡਾਂ ਦਾ ਤਾਂ ਆਹ ਹਾਲ ਹੋਇਆ ਪਿਆ। ਮੈਂ ਇਸ ਵੇਚ ਕੇ ਘੋੜੀ ਲਈ ਦੁੱਧ ਪੀ ਲੋਗੇ ਲਿੱਟ ਚੱਕਣੀ ਪਈ। ਜੋ ਕੁਦਰਤ ਨੇ ਇਹਦੇ ਤੋਹਫੇ ਆਪਣੀ ਝੋਲੀ 'ਚ ਪਾਇਆ ਤਾਂ ਇਹਨਾਂ ਦੀ ਵਰਤੋਂ ਕਿਉਂ ਨਹੀਂ ਕਰਦੇ? ਕਿਉਂ ਨਹੀਂ ਕਰਦੇ? ਸਾਡੇ ਕੋਲ ਹਜੇ ਵੀ ਸਮਾਂ ਹੈਗਾ ਇਹਨੂੰ ਬਚਾਉਣ ਲਈ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਗਾਲਾਂ ਕੱਢਣਗੀਆਂ ਕਿ ਕੰਜਰਾਂ ਨੇ ਸਾਡੇ ਬਾਰੇ ਕੁਝ ਸੋਚਿਆ ਵੀ ਨਹੀਂ। ਚਲੋ ਹਰ ਮੈਂ ਵੀ ਆਉਣਾ। ਅਸੀਂ ਆਪਣਾ ਰਜਵਾੜਾ ਹਵਾ ਪਾਣੀ ਮਿੱਟੀ ਇਹਨਾਂ ਕੁਦਰਤੀ ਦਾਤਾਂ ਨੂੰ ਬਚਾਵਾਂਗੇ। ਪੈਟਰੋਲ ਡੀਜ਼ਲ ਗੈਸ ਦੀ ਖਪਤ ਨੂੰ ਘਟਾਵਾਂਗੇ। ਊਰਜਾ ਦੇ ਸਰੋਤਾਂ ਨੂੰ ਬਚਾਵਾਂਗੇ ਅਤੇ ਵਾਤਾਵਰਣ ਸਾਫ਼ ਸੁਥਰਾ ਪਾਵਾਂਗੇ। ਇਹ ਜਿਹੜਾ ਤੁਸੀਂ ਵਿਸ਼ੇਸ਼ ਸਮਾਂ ਕੱਢਿਆ ਉਹਦੇ ਲਈ ਸਾਰੇ ਪੰਡਾਲ ਦੇ ਵਿੱਚ ਅਫਸਰ ਸਾਹਿਬਾਨ ਜਿਹੜੇ ਸ਼ਾਮਲ ਹੋਏ ਆ ਸਮਾਗਮ 'ਚ, ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ। बहुत ही शानदार और ਅੱਜ ਦੀ ਜ਼ਰੂਰਤ ਔਰ ਭਵਿੱਖ ਨੂੰ ਸਮਰਪਿਤ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਰੀ ਹਾਜ਼ਰੀਨ, PSPCL ਦੇ ਡਾਇਰੈਕਟਰ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ, ਪੇਡਾ ਦੇ ਅਧਿਕਾਰੀ ਸਾਹਿਬਾਨ, ਸਲਾਈਡ ਦੇ ਡਾਇਰੈਕਟਰ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ, ਸਕੂਲਾਂ ਦੇ ਬੱਚੇ, ਮੇਰੇ ਸਾਰੇ ਹੀ ਸਤਿਕਾਰਯੋਗ ਲੋਕ ਨਗਰ ਔਰ ਇਲਾਕੇ ਦੇ ਸਾਰੇ ਹੀ ਪਤਵੰਤੇ ਸੱਜਣੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਿ ਤੁਸੀਂ ਇੱਥੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਮੈਨੂੰ ਇਹਨਾਂ ਮਾਣ ਸਤਿਕਾਰ ਬਖਸ਼ਿਆ। ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਪ੍ਰੈਜੈਂਟੇਸ਼ਨ ਦਿੱਤੀਆਂ ਗਈਆਂ ਨੇ, ਚਾਹੇ ਉਹ ਇਸ ਉਦੇਸ਼ ਨੂੰ ਸਮਰਪਿਤ ਉਜਵਲ ਭਾਰਤ ਉਜਵਲ ਭਵਿੱਖ ਨੂੰ ਸਮਰਪਿਤ ਚਾਹੇ ਕੋਈ ਸਪੀਚਾਂ ਸੀਗੀਆਂ ਤੇ ਚਾਹੇ ਜੋ ਸੁਨੇਹਾ, ਜੋ ਮੈਸੇਜ ਇਹ ਬੱਚੇ
ਆਪਣੀ ਇਸ ਪੇਸ਼ਕਾਰੀ ਦੇ ਵਿੱਚ ਦੇ ਕੇ ਗਏ ਨੇ, ਉਸ ਤੋਂ ਬਾਅਦ ਕਹਿਣ ਨੂੰ ਰਹਿ ਕੁਛ ਨਹੀਂ ਜਾਂਦਾ ਹੈਗਾ। ਮੈਨੂੰ ਜਦੋਂ ਹੁਕਮ ਹੋਇਆ ਐਸੀ ਸਾਹਿਬ ਵੱਲੋਂ, ਗੜਿਆ ਸਾਹਿਬ ਵੱਲੋਂ ਕਿ ਜੀ ਇਸ ਤਰੀਕੇ ਦਾ ਪ੍ਰੋਗਰਾਮ ਹੈ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਔਰ ਗਵਰਨਮੈਂਟ ਆਫ ਪੰਜਾਬ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ, ਕਿਉਂਕਿ ਪੇਡਾ ਨਿਊ ਐਂਡ ਰਿਨਿਊਏਬਲ એનર્ਜੀ ਤੁਹਾਡੇ ਇਸ ਦਾਸ ਕੋਲੇ, ਤੁਹਾਡੇ ਇਸ ਵੀਰ ਕੋਲੇ ਹੈ, ਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਔਰ ਸਪੈਸ਼ਲੀ ਇੱਥੇ ਫੰਕਸ਼ਨ ਦੇ ਵਿੱਚ ਪਹੁੰਚਿਆ, ਕਿਉਂਕਿ ਮੈਂ ਸਮਝਦਾ ਕਿ ਅੱਜ ਇਹ ਸਮੇਂ ਦੀ ਜ਼ਰੂਰਤ ਹੈ। ਮੈਂ ਦੇਖ ਰਿਹਾ ਸੀ ਕਿ 2047 ਦਾ ਟਾਰਗੇਟ ਹੈ ਜਿਹੜਾ ਉਹ ਫਿਕਸ ਕੀਤਾ ਗਿਆ, ਜਦ ਦੇਸ਼ ਆਪਣੀ 100ਵੀਂ ਆਜ਼ਾਦੀ ਦੀ ਵਰ੍ਹੇਗੰਢ ਜਿਹੜਾ ਉਹ ਮਨਾਉਣ ਜਾ ਰਿਹਾ ਹੈ। 25 ਸਾਲ ਪਹਿਲੇ 75ਵੀਂ ਵਰ੍ਹੇਗੰਢ ਜਿਹੜੀ ਆਪਾਂ ਇਸ ਸਾਲ ਮਨਾਉਣ ਜਾ ਰਹੇ ਹਾਂ। ਹੁਣ ਤੱਕ ਬਹੁਤ ਕੁਝ 75 ਸਾਲਾਂ ਦੇ ਵਿੱਚ ਹੋਇਆ, ਪਰ ਮੈਂ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਇਸ ਤੋਂ ਵੀ ਵੱਧ ਹੋਰ ਬਹੁਤ ਕੁਝ ਹੋ ਸਕਦਾ ਸੀਗਾ ਤੇ ਹਜੇ ਵੀ ਕੀਤੇ ਜਾਣ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਲੋੜ ਹੈ। ਮੈਂ ਕੋਈ ਬਹੁਤੀ ਸਿਆਸੀ ਗੱਲਾਂ ਚਾਹੁੰਦਾ, ਪਰ ਜਦੋਂ ਆਪਾਂ ਪੰਜਾਬ ਦੇ ਪਾਵਰ ਸੈਕਟਰ ਦੀ ਗੱਲ ਕਰਦੇ ਹਾਂ ਤੇ ਮੈਂ ਸਮਝਦਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਲੌਂਗ ਟਰਮ ਭਵਿੱਖ ਨੂੰ ਧਿਆਨ ਦੇ ਵਿੱਚ ਰੱਖ ਕੇ ਸਮੇਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਸ਼ਾਇਦ ਉਹ ਕੰਮ ਉਸ ਟੈਕਨੀਕਲੀ ਉਸ ਐਂਗਲ ਦੇ ਨਾਲ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ ਸੀਗਾ। ਅੱਜ ਜੇ ਆਪਾਂ ਪਾਵਰ ਸੈਕਟਰ ਦੀ ਗੱਲ ਕਰ ਲਈਏ ਤੇ ਮੈਂ ਸਮਝਦਾ ਕਿ ਜਿਹੜੀ ਪਾਵਰ ਦੀ ਜਨਰੇਸ਼ਨ ਹੈ ਪੰਜਾਬ ਦੇ ਵਿੱਚ, ਉਹ ਜਿਹੜੀ ਕਿਸੇ ਸਮੇਂ ਦੇ ਵਿੱਚ 60-65% ਸਰਕਾਰੀ ਸੈਕਟਰ ਦੇ ਵਿੱਚ ਸੀਗੀ, ਵੀ ਸਰਕਾਰ ਦੇ ਥਰਮਲ ਪਾਵਰ ਪਲਾਂਟ ਔਰ ਬਾਕੀ ਜਿਹੜੇ ਸਰਕਾਰ ਦੇ ਸੋਮੇ ਸੀ ਉਹਨਾਂ ਤੋਂ ਪੈਦਾ ਹੁੰਦੀ ਸੀਗੀ, ਉਹ ਹੌਲੀ-ਹੌਲੀ ਘਟਦੇ ਉਹ ਮਹਿਜ਼ ਅੱਜ 15% ਤੇ ਰਹੀ, ਜਿਹੜੀ ਕਿ ਵਨ ਆਫ ਦਾ ਲੋਐਸਟ ਹੈ ਸਾਰੇ ਮੁਲਕ ਦੇ ਸਾਰੀ ਸਟੇਟਾਂ ਦੇ ਵਿੱਚੋਂ, ਸਾਰੇ ਨਾਲੋਂ ਘੱਟ ਹੈ। ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਕੰਮ ਹੈ ਜਿਹੜਾ ਉਹਨਾਂ ਦੇ ਹੱਥਾਂ ਦੇ ਵਿੱਚ ਜ਼ਿਆਦਾ ਜਾ ਚੁੱਕਿਆ।